बिस्मिल्लाहिर्रहमानिर्रहीम अस्सलाम वालेकुम नाजरीन प्रोग्राम हरियाली ਦੇ ਨਾਲ ਡਾਕਟਰ ਮਹਿਮੂਦ ਕੁਰੈਸ਼ੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਨਾਜ਼ਰੀਨ ਤੁਸੀਂ ਸਾਡਾ ਪਿਛਲਾ ਪ੍ਰੋਗਰਾਮ ਮੁਲਾਜ਼ਾ ਕੀਤਾ ਜਿਹਦੇ ਵਿੱਚ ਅਸੀਂ ਪਨੀਰੀ ਕਿਵੇਂ ਕਾਸ਼ ਕਰੀਦੀ ਹੈ ਔਰ ਪਨੀਰੀ ਕਿਵੇਂ ਤਿਆਰ ਕਰੀਦੀ ਹੈ ਹੁਣ ਇਹ ਦੂਸਰਾ ਮਰਹਲਾ ਹੈ ਪਨੀਰੀ ਦੀ ਮੁੰਤਕਿਲੀ ਦਾ ਪਨੀਰੀ ਜਿਹੜੀ ਹੈ ਮੁੰਤਕਿਲ ਹੋ ਚੁੱਕੀ ਹੈ ਤੇ ਅਸੀਂ ਦੇਖਾਂਗੇ ਕਿ ਇਹਦੀ ਜਿਹੜੀ ਪਨੀਰੀ ਅਸੀਂ ਮੁੰਤਕਿਲ ਕੀਤੀ ਹੈ ਇਹਨੂੰ ਇਹਦੀ ਜ਼ਮੀਨ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਪਾਣੀ ਇਹਨੂੰ ਕਿਹੜੇ ਕਿਹੜੇ ਵੇਲੇ ਲਾਣਾ ਹੈ ਇਸ ਤੋਂ ਇਲਾਵਾ ਖਾਦਾਂ ਦੀ ਕਿਹੜੀ ਕਿਹੜੀ ਜ਼ਰੂਰਤ ਹੈ ਤੇ ਇਸ ਤੋਂ ਇਲਾਵਾ ਅਗਰ ਕੀੜੇ ਮਕੌੜੇ ਇਸ ਫਸਲ ਦੇ ਉੱਤੇ ਹਮਲਾਵਰ ਹੁੰਦੇ ਨੇ ਤੇ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਕਰਾਂਗੇ ਅੱਜ ਅਸੀਂ ਲੰਗੋਵਾਲ ਜਿਹੜਾ ਚੱਕ 28 ਇਹ ਡਿਸਟ੍ਰਿਕਟ ਨਨਕਾਣਾ ਦੇ ਵਿੱਚ ਇੱਥੇ ਅਸੀਂ ਆਏ ਹਾਂ ਤੇ ਮੁਹੰਮਦ ਅਸ਼ਰਫ ਸਾਹਿਬ ਜਿਹੜੇ ਨੇ ਇਹ ਡਿਪਟੀ ਡਾਇਰੈਕਟਰ ਐਗਰੀਕਲਚਰ ਤੋਂ ਸੀ ਨੇ ਨਨਕਾਣੇ ਦੇ ਤੇ ਇਹ ਵੀ ਇੱਥੇ ਮੌਜੂਦ ਨੇ ਤੇ ਜਨਾਬ ਬੜਾ ਖੂਬਸੂਰਤ ਮਾਹੌਲ ਹੈ ਜਾਮਨ ਨੇ ਇਹਦੇ ਦਰਖਤ ਦੇ ਹੇਠਾਂ ਡੇਰਾ ਲਾ ਕੇ ਬੈਠੇ ਨੇ ਆਓ ਮੇਰੇ ਨਾਲ अस्सलाम वालेकुम जी वालेकुम सलाम। ਅਸ਼ਰਫ ਸਾਹਿਬ ਇਹ ਮੇਰੇ ਅਕਬ ਦੇ ਵਿੱਚ ਕੈਮਰਾ ਦਿਖਾ ਰਿਹਾ ਹੈ ਕਿ ਇਹ ਧਾਨ ਦੀ ਫਸਲ ਜਿਹੜੀ ਹੈ ਇਹ ਮੁੰਤਕਿਲ ਹੋ ਚੁੱਕੀ ਹੈ जी जी ਇਹ ਕਿਹੜੇ ਮਰਹਲੇ 'ਚ ਹੈ ਔਰ ਇਹਦੀ ਕਿੰਨੀ ਉਮਰ ਹੈ बिस्मिल्लाहिर्रहमानिर्रहीम। ਅੱਜ ਅਸੀਂ ਤਹਿਸੀਲ ਸਾਂਗਲਾ ਹਿੱਲ ਦਾ ਗਾঁव ਹੈ 28 ਆਰਬੀ ਲੰਗੋਵਾਲ ਉੱਥੇ ਅਸੀਂ ਫਾਰਮ 'ਤੇ ਇਕੱਠੇ ਹੋਏ ਹਾਂ ਜ਼ਿਮੀਂਦਾਰ ਇਕੱਠੇ ਹੋਏ ਨੇ ਤੇ ਮੈਂ ਪਨੀਰੀ ਦੀ ਮੁੰਤਕਿਲੀ ਦੇ ਬਾਰੇ 'ਚ ਉਹ ਦੱਸਣਾ ਚਾਹੁੰਦਾ ਜਿਹਦੇ ਨਾਲ ਸਾਡੀ ਫੀ ਏਕੜ ਪੈਦਾਵਾਰ ਜਿਹੜੀ ਨਾ ਉਹ ਜ਼ਿਆਦਾ ਹਾਸਲ ਹੋਏ। ਤੋ ਸਾਡੇ ਇਸ ਡਿਸਟ੍ਰਿਕਟ ਨਨਕਾਣਾ ਦੇ ਵਿੱਚ ਪਨੀਰੀ ਜਿਹੜੀ ਨੇ ਖੁਸ਼ਕ ਤਰੀਕੇ ਨਾਲ ਕਾਸ਼ਤ ਕੀਤੀ ਜਾਂਦੀ ਹੈ। ਇੱਥੇ ਪਨੀਰੀ ਜਿਹੜੀ ਹੈ ਉਹ 35 ਤੋਂ 40 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਜੋ ਹੀ ਪਨੀਰੀ ਦੀ ਉਮਰ 35 ਤੋਂ 40 ਦਿਨ ਹੋ ਜਾਏ ਅੱਗੇ ਉਹਨੂੰ ਜਲਦ ਅਜ ਜਲਦ ਖੇਤ 'ਚ ਮੁੰਤਕਿਲ ਕਰਨਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਵੀ ਪਨੀਰੀ ਜ਼ਾਇਦ ਉਮਰ ਦੀ ਹੋ ਜਾਏ ਤੇ ਫਿਰ ਉਹਨੂੰ ਮੁੰਤਕਿਲ ਕੀਤਾ ਜਾਏ ਕਿਉਂਕਿ ਜ਼ਾਇਦ ਉਮਰ ਦੀ ਪਨੀਰੀ ਖੇਤ 'ਚ ਮੁੰਤਕਿਲ ਕਰਨ ਦੇ ਨਾਲ ਜਿਹੜਾ ਟਿਲਰ ਨੇ ਸ਼ਾਖਾਂ ਨੇ ਉਹ ਪੌਦਾ ਕੰਮ ਬਣਾਉਂਦਾ ਹੈ ਤੇ ਇੱਥੇ ਹੀ ਸਾਡੀ ਪੈਦਾਵਾਰ ਜਿਹੜੀ ਨਾ ਉਹ ਫੀ ਏਕੜ ਮੁਤਾਸਰ ਹੋ ਜਾਂਦੀ ਹੈ। ਤੋ ਇਸ ਲਈ ਮੁਨਾਸਬ ਉਮਰ ਦੀ ਪਨੀਰੀ ਜਿਹੜੀ 35 ਤੋਂ 40 ਦਿਨ ਦੀ ਉਹਨੂੰ ਖੇਤ 'ਚ ਮੁੰਤਕਿਲ ਕਰਨਾ ਚਾਹੀਦਾ ਹੈ। ਤੋ ਇਹ ਬਹੁਤ ਜ਼ਰੂਰੀ ਹੈ। ਦੂਸਰਾ ਹੈ ਵੀ ਪਨੀਰੀ ਜਦੋਂ ਮੁੰਤਕਿਲ ਕਰਨੀ ਹੈ ਅਸੀਂ ਖੇਤ ਦੇ ਵਿੱਚ ਇੱਕ ਸੁਰਾਖ ਦੇ ਵਿੱਚ 80 ਸੁਰਾਖ ਹੋਣੇ ਚਾਹੀਦੇ ਨੇ ਉਹਦੇ 'ਚ ਦੋ ਪੌਦੇ ਇੱਕ ਸੁਰਾਖ 'ਚ ਲਗਾਉਣੇ ਚਾਹੀਦੇ ਨੇ। ਉਹਦੇ ਨਾਲ ਏਕੜ ਦੇ ਵਿੱਚ ਪੌਦਿਆਂ ਦੀ ਤਾਦਾਦ 1,60,000 ਹੋਏਗੀ। ਤੋ ਜਦੋਂ ਮਤਲੂਬਾ ਇਹ ਪੌਦੇ ਹਾਸਲ ਹੋਣਗੇ ਅਸੀਂ ਪੈਦਾਵਾਰ ਜਿਹੜੀ ਹੈ ਜਿੰਨੀ ਅਸੀਂ ਚਾਹੁੰਦੇ ਹਾਂ ਉਹ ਫੀ ਏਕੜ ਸਾਡੀ ਉਹ ਬਿਹਤਰ ਹਾਸਲ ਹੋਏਗੀ। ਅਗਰ ਪੌਦਿਆਂ ਦੀ ਤਾਦਾਦ ਹੀ ਕਮ ਹੋਏਗੀ ਤਾਂ ਅਸੀਂ ਖਾਦਾਂ ਦਵਾਈਆਂ ਸਾਰਾ ਖਰਚਾ ਅਸੀਂ ਕਰਨਾ ਹੈ ਲੇਕਿਨ ਉਹਦੇ ਨਾਲ ਸਾਡਾ ਲਾਗਤ ਜਿਹੜੀ ਹੈ ਉਹ ਵੱਧ ਜਾਏਗੀ ਤੇ ਸਾਡੀ ਪੈਦਾਵਾਰ ਕਮ ਆਏਗੀ। ਤੋ ਇਸ ਲਈ ਪੌਦਿਆਂ ਦੀ ਤਾਦਾਦ ਫੀ ਏਕੜ ਪੂਰੀ ਕਰਨਾ ਇਹ ਬਹੁਤ ਜ਼ਰੂਰੀ ਹੈ। ਅੱਛਾ ਅਸ਼ਰਫ ਸਾਹਿਬ ਇਹ ਦੱਸੋ ਕਿ ਜਿਸਲੇ ਅਸੀਂ ਇਹ ਪਨੀਰੀ ਮੁੰਤਕਿਲ ਕੀਤੀ ਹੈ ਤੇ ਸਭ ਤੋਂ ਪਹਿਲੇ ਤੇ ਜ਼ਮੀਨ ਦੀ ਤਿਆਰੀ ਜਿਹੜੀ ਹੈ ਉਹ ਕਰਨੀ ਪੈਂਦੀ ਹੈ ਤੇ ਇਹਦੀ ਜ਼ਮੀਨ ਦੀ ਤਿਆਰੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ? ਜ਼ਮੀਨ ਦੀ ਤਿਆਰੀ ਲਈ ਇਹ ਜ਼ਰੂਰੀ ਹੈ ਵੀ ਇੱਕ ਜ਼ਮੀਨਾਂ ਸਾਡੀਆਂ ਕੁਝ ਕਰਾਠੀਆਂ ਵੀ ਹੈ ਨੇ ਉੱਥੇ ਅਸੀਂ ਕੱਦੂ ਜਿਹੜਾ ਨਾ ਉਹ ਜ਼ਿਆਦਾ ਨਹੀਂ ਕਰਨਾ ਉਹਦੇ 'ਚ ਹੱਲ ਨਹੀਂ ਚਲਾਉਣਾ ਉਹ ਮਜ਼ੀਦ ਜਿਹੜੀ ਜ਼ਮੀਨ ਸਖਤ ਹੋ ਜਾਂਦੀ ਉਹ ਪਾਣੀ ਜ਼ਮੀਨ ਪਹਿਲੇ ਨਹੀਂ ਪੀਂਦੀ ਹੁੰਦੀ ਅਤੇ ਕੱਦੂ ਕਰਨ ਦੇ ਨਾਲ ਮਜ਼ੀਦ ਜਿਹੜੀ ਨਾ ਉਹ ਜ਼ਮੀਨ ਸਖਤ ਹੋ ਕੇ ਉੱਥੇ ਫਿਰ ਮੂੰਜੀ ਦੀ ਜਿਹੜੀ ਗਰੋਥ ਹੈ ਉਹ ਰੁਕਦੀ ਹੈਗੀ ਹੈ। ਇਸ ਲਈ ਐਸੀ ਜ਼ਮੀਨਾਂ ਦੇ ਵਿੱਚ ਖੁਸ਼ਕ ਤਰੀਕੇ ਨਾਲ ਜ਼ਮੀਨ ਨੂੰ ਅੱਛੀ ਤਰ੍ਹਾਂ ਤਿਆਰ ਕਰਕੇ ਉਹਦੇ 'ਚ ਉਹ ਫਿਰ ਪਾਣੀ ਦੇ ਕੇ 2-3 ਦਿਨ ਬਾਅਦ ਜਿਹੜਾ ਨਾ ਉਹ ਪਾਣੀ ਖੜਾ ਰਹੇ ਫਿਰ ਉਹਦੇ 'ਚ ਪੌਦਿਆਂ ਨੂੰ ਮੁੰਤਕਿਲ ਕਰਨਾ ਚਾਹੀਦਾ। ਅਤੇ ਜਿਹੜੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਪਾਣੀ ਪੀਂਦੀਆਂ ਨੇ ਉਹ ਜ਼ਮੀਨਾਂ ਠੀਕ ਨੇ ਉੱਥੇ ਸਾਨੂੰ ਜਿਹੜਾ ਨਾ ਉਹ ਕੱਦੂ ਕਰਕੇ ਮਤਲਬ ਉਹਨੂੰ ਜ਼ਮੀਨ ਨੂੰ ਤਿਆਰ ਕਰਨਾ ਚਾਹੀਦਾ। ਆਮ ਜਿਹੜੇ ਹੱਲ ਹੈ ਉਹਦੇ ਨਾਲ ਚਲਾ ਕੇ ਤੇ ਫਿਰ ਉਹ ਸੁਹਾਗਾ ਲਗਾਇਆ ਜਾਂਦਾ ਹੈ ਜਾਂ ਹੁਣ ਵਾਟਰ ਟਾਈਟ ਰੂਟਾਵੇਟਰ ਜਿਹੜੇ ਨੇ ਉਹ ਮਤਲਬ ਹੈ ਨੇ ਉਹਦੇ ਨਾਲ ਕੱਦੂ ਕਰਕੇ ਜ਼ਮੀਨ ਨੂੰ ਤਿਆਰ ਕਰਨਾ ਚਾਹੀਦਾ ਫਿਰ ਉਹਦੇ 'ਚ ਪੌਦੇ ਅੱਗੇ ਮੁੰਤਕਿਲ ਕਰਨੇ ਚਾਹੀਦੇ ਨੇ। ਤੇ ਅਸ਼ਰਫ ਸਾਹਿਬ ਅਸੀਂ ਇਹ ਵੀ ਸੁਣਨੇ ਆ ਕਿ ਮਿੱਟੀ ਔਰ ਪਾਣੀ ਦਾ ਟੈਸਟ ਕਹਿੰਦੇ ਨੇ ਕਰਵਾ ਲੈਣਾ ਚਾਹੀਦਾ ਉਹਦੇ ਨਾਲ ਬੜਾ ਫਾਇਦਾ ਮਿਲਦਾ ਤੇ ਕਿਆ ਇਸ ਫਸਲ ਲਈ ਮਿੱਟੀ ਔਰ ਪਾਣੀ ਦਾ ਟੈਸਟ ਕਰਾਉਣਾ ਜ਼ਰੂਰੀ ਹੈ? ਜੀ ਇਹ ਸਾਡੇ ਕੋਲ ਨਾ ਕਾਫੀ ਟਾਈਮ ਹੁੰਦਾ ਹੈ ਗੰਦਮ ਤੋਂ ਬਾਅਦ
ਤਕਰੀਬਨ ਕਿਉਂਕਿ ਪਨੀਰੀ ਅਸੀਂ ਉਹ ਥੋੜ੍ਹੇ ਰਕਬੇ 'ਤੇ ਕਾਸ਼ ਕਰਨੇ ਆ, ਬਾਕੀ ਜ਼ਮੀਨ ਸਾਡੀ ਖਾਲੀ ਹੁੰਦੀ ਹੈ ਅਤੇ ਉਹ ਸਾਡੇ ਕੋਲ ਟਾਈਮ ਹੁੰਦਾ ਹੈ, ਸਾਨੂੰ ਜ਼ਮੀਨ ਦਾ ਤਜਜ਼ੀਆ ਜਿਹੜਾ ਨਾ ਉਹ ਕਰਵਾਉਣਾ ਚਾਹੀਦਾ ਹੈ। ਸਾਡੇ ਉੱਥੇ ਡਿਸਟ੍ਰਿਕਟ ਨਨਕਾਣਾ 'ਚ ਸਾਡੇ ਦਫ਼ਤਰ ਦੇ ਵਿੱਚ ਲੈਬ ਮੌਜੂਦ ਹੈ ਅਤੇ ਸਾਡੇ ਫੀਲਡ ਅਸਿਸਟੈਂਟ ਵੀ ਉਹ ਜ਼ਿਮੀਂਦਾਰਾਂ ਕੋਲ ਜਾ ਕੇ ਸੈਂਪਲ ਲੈ ਰਹੇ ਨੇ, ਮਿੱਟੀ ਦਾ ਨਮੂਨਾ ਲੈ ਰਹੇ ਨੇ। ਇਸ ਤੋਂ ਇਲਾਵਾ ਅਗਰ ਸਾਡਾ ਕੋਈ ਫੀਲਡ ਅਸਿਸਟੈਂਟ ਨਹੀਂ ਪਹੁੰਚ ਰਿਹਾ ਤਾਂ ਜ਼ਿਮੀਂਦਾਰ ਨੂੰ ਚਾਹੀਦਾ ਸਾਡੇ ਨਾਲ ਰਾਬਤਾ ਕਰਕੇ ਇਹ ਜ਼ਮੀਨ ਦਾ ਤਜਜ਼ੀਆ ਕਰਵਾਉਣਾ ਚਾਹੀਦਾ ਹੈ। ਉਹਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਸਾਡੀ ਜ਼ਮੀਨ ਦੀ pH ਜਿਹੜੀ ਉਹ ਕਿੰਨੀ ਹੈ, ਉਹਦੇ 'ਚ ਨਮਕੀਆਤ ਦੀ ਮਤਲਬ ਕੀ ਕੰਡੀਸ਼ਨ ਹੈ ਔਰ ਉਹਦੇ 'ਚ ਕਿੰਨੀ ਖਾਦ ਦੀ ਜ਼ਰੂਰਤ ਹੈ। ਤੋ ਇਹ ਜ਼ਮੀਨ ਦਾ ਤਜਜ਼ੀਆ ਜਿਹੜਾ ਨਾ ਅੱਛੀ ਪੈਦਾਵਾਰ ਲੈਣ ਲਈ, ਖਾਦਾਂ ਦੇ ਮੁਤਨਾਸਬ ਇਸਤੇਮਾਲ ਲਈ ਇਹ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ। ਅਸ਼ਰਫ ਸਾਹਿਬ, ਕੋਈ ਵੀ ਫਸਲ ਹੋਵੇ ਪਾਣੀ ਉਹਦੇ ਲਈ ਬੜਾ ਅਹਿਮ ਹੁੰਦਾ ਹੈ, ਅਤੇ ਇਹ ਦੱਸੋ ਕਿ ਇਹਨੂੰ ਪਹਿਲਾ ਪਾਣੀ ਜਿਹੜਾ ਹੈ ਉਹ ਕਦੋਂ ਲਾਉਣਾ ਹੈ? ਸਭ ਤੋਂ ਪਹਿਲੇ ਜਦੋਂ ਪਨੀਰੀ ਮੁੰਤਕਿਲ ਕਰਨੀ ਹੈ ਉਸ ਵਕਤ ਖੇਤ ਵਿੱਚ ਪਾਣੀ ਜਿਹੜਾ ਨਾ 1 ਇੰਚ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਅਗਰ ਉਸ ਵਕਤ ਪਾਣੀ ਜ਼ਿਆਦਾ ਹੋਏਗਾ ਅਤੇ ਲਾਭੇ ਜਦੋਂ ਚੱਲਣਗੇ ਉਹਦੀ ਪੈਰਾਂ ਦੀ ਛੱਲ ਦੇ ਨਾਲ ਉਹ ਪੌਦੇ ਜਿਹੜੇ ਤਾਜ਼ਾ ਲੱਗੇ ਹੋਏ ਨੇ ਉਹ ਪੁੱਟੇ ਜਾ ਸਕਦੇ ਨੇ, ਪੌਦੇ ਦੀ ਤਾਦਾਦ ਜਿਹੜੀ ਨਾ ਉਹ ਕਮ ਹੋ ਸਕਦੀ ਹੈ। ਤੀਸਰੇ ਚੌਥੇ ਦਿਨ ਬਾਅਦ ਜਦੋਂ ਪੌਦਿਆਂ ਦੀ ਜੜ ਲੱਗ ਜਾਏ, ਪੌਦੇ ਖੜ੍ਹੇ ਹੋ ਜਾਣ, ਉਸ ਵਕਤ ਪਾਣੀ ਜਿਹੜਾ ਨਾ ਉਹ 3 ਇੰਚ ਕਰ ਦੇਣਾ ਚਾਹੀਦਾ। ਅਤੇ ਇਹ ਤਕਰੀਬਨ ਪਹਿਲੇ 30 ਦਿਨ ਤੱਕ ਅਗਰ ਪਾਣੀ ਖੇਤ ਵਿੱਚ 3 ਇੰਚ ਰਹੇਗਾ ਅਤੇ ਉਹਦੇ ਨਾਲ ਪੌਦਾ ਜਿਹੜਾ ਨਾ ਇੱਕ ਤਾਂ ਉਹ ਸ਼ਾਖਾਂ ਜ਼ਿਆਦਾ ਬਣਾਏਗਾ, ਫੀ ਏਕੜ ਜਿਹੜਾ ਨਾ ਉਹ ਸ਼ਾਖਾਂ ਦੀ ਤਾਦਾਦ ਵੱਧ ਜਾਏਗੀ। ਦੂਸਰਾ ਜੜੀ ਬੂਟੀਆਂ ਜਿਹੜੀਆਂ ਨੇ ਉੱਥੇ ਕੰਟਰੋਲ ਹੋਣਗੀਆਂ। ਅਗਰ ਇੱਥੇ ਪਹਿਲੇ 30 ਦਿਨ ਪਾਣੀ ਜਿਹੜਾ ਨਾ ਉਹ ਕਮ ਹੋ ਗਿਆ ਅਤੇ ਉਹਦੇ ਨਾਲ ਪੌਦਾ ਸ਼ਾਖਾਂ ਕਮ ਬਣਾਇਆ ਗਿਆ ਅਤੇ ਜੜੀ ਬੂਟੀਆਂ ਵੀ ਉੱਗ ਆਉਣਗੀਆਂ। ਉਸ ਤੋਂ ਬਾਅਦ ਜਿਹੜਾ ਨਾ ਤਰ ਵੱਤਰ ਦੀ ਹਾਲਤ ਜ਼ਰੂਰਤ ਹੈ, ਪਾਣੀ ਖੜਾ ਕਰਨ ਦੀ ਜ਼ਰੂਰਤ ਨਹੀਂ। ਫਿਰ ਜਦੋਂ ਅਸੀਂ 55 ਦਿਨ ਤੋਂ ਬਾਅਦ ਫਿਰ ਅਸੀਂ ਦਾਣਾਦਾਰ ਜ਼ਹਿਰ ਇਸਤੇਮਾਲ ਕਰਨੀ ਹੈ, ਉਸ ਵਕਤ ਪਾਣੀ ਜਿਹੜਾ ਨਾ ਉਹ ਤਕਰੀਬਨ 36 ਘੰਟੇ ਜਿਹੜਾ ਨਾ ਉਹਦੇ 'ਚ ਖੜਾ ਕਰਨਾ ਚਾਹੀਦਾ ਹੈ। ਉਹਦੇ 'ਚ ਦਾਣਾਦਾਰ ਜ਼ਹਿਰ ਪਾ ਕੇ ਪਾਣੀ ਖੜਾ ਹੋਣਾ ਚਾਹੀਦਾ। ਪਾਣੀ ਹੱਲ ਹੋ ਕੇ ਦਵਾਈ ਜਿਹੜੀ ਹੈ ਉਹ ਫਿਰ ਪੌਦੇ ਸ਼ਰਾਇਤ ਕਰਦੀ ਹੈ। ਉਸ ਤੋਂ ਬਾਅਦ ਫਿਰ ਜਿਹੜਾ ਨਾ ਪਾਣੀ ਜਦੋਂ ਜ਼ਰੂਰੀ ਹੈ ਉਹ ਗੋਭ ਤੋਂ ਲੈ ਕੇ ਮੂੰਜਰ ਨਿਕਲਣ ਦੇ 2 ਹਫ਼ਤੇ ਬਾਅਦ ਤੱਕ, ਕਿਉਂਕਿ ਉਸ ਵਕਤ ਪੌਦਾ ਜਿਹੜਾ ਨਾ ਬੜੋਤਰੀ ਦਾ ਅਮਲ ਖ਼ਤਮ ਕਰਕੇ ਉਹ ਪੈਦਾਵਾਰੀ ਮਰਲੇ 'ਚ ਦਾਖਲ ਹੋ ਜਾਂਦਾ ਹੈ, ਉਹਦੇ 'ਚ ਮੂੰਜਰ ਬਣ ਰਹੀ ਹੁੰਦੀ ਤਾਂ ਉਸ ਵਕਤ ਪਾਣੀ ਦੀ ਜ਼ਰੂਰਤ ਹੁੰਦੀ ਹੈ। ਉਸ ਵਕਤ ਪਾਣੀ ਫਿਰ ਜ਼ਰੂਰੀ ਹੈ। ਤੋ ਬਰਦਾਸ਼ਤ ਦੇ 15 ਦਿਨ ਪਹਿਲੇ ਪਾਣੀ ਬੰਦ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਹੜਾ ਨਾ ਬਾਕੀ ਉਹਦੇ ਖੇਤ ਜਿਹੜਾ ਨਾ ਤਰ ਵੱਤਰ ਦੀ ਹਾਲਤ 'ਚ ਹੋਣਾ ਚਾਹੀਦਾ ਹੈ, ਪਾਣੀ ਖੜਾ ਕਰਨ ਦੀ ਜ਼ਰੂਰਤ ਨਹੀਂ ਹੈ। ਅਸ਼ਰਫ ਸਾਹਿਬ, ਜ਼ਮੀਨ ਦੀ ਤਿਆਰੀ ਵੀ ਹੋ ਗਈ, ਪਾਣੀ ਵੀ ਲੱਗ ਗਿਆ, ਅਤੇ ਕਿਆ ਇਸ ਫਸਲ ਨੂੰ ਕੋਈ ਖਾਦ ਦੀ ਜ਼ਰੂਰਤ ਵੀ ਹੁੰਦੀ ਹੈ? ਖਾਦਾਂ ਦੇ ਮੁਤਨਾਸਬ ਇਸਤੇਮਾਲ ਦੇ ਬਾਰੇ 'ਚ ਇੱਕ ਤਾਂ ਮੈਂ ਉਹ ਦੱਸਣਾ ਚਾਹੁੰਦਾ ਵੀ ਉਹਦੇ 'ਚ ਕੀ ਚੀਜ਼ਾਂ ਜ਼ਰੂਰੀ ਨੇ। ਕੁਝ ਜ਼ਿਮੀਂਦਾਰ ਜਿਹੜੇ ਨੇ ਉਹ ਇਕੱਲਾ ਯੂਰੀਆ ਨਾਈਟ੍ਰੋਜਨ ਦਾ ਇਸਤੇਮਾਲ ਹੀ ਜ਼ਿਆਦਾ ਕਰਦੇ ਨੇ, ਫਾਸਫੋਰਸ ਔਰ ਪੋਟਾਸ਼ ਇਸਤੇਮਾਲ ਨਹੀਂ ਕਰਦੇ, ਅਤੇ ਉਹਦੇ ਨਾਲ ਜਿਹੜੀ ਸਾਡੀ ਫਸਲ ਅੱਛੀ ਨਜ਼ਰ ਆਉਂਦੀ ਹੈ ਦੇਖਣ 'ਚ, ਲੇਕਿਨ ਐਂਡ 'ਤੇ ਪੈਦਾਵਾਰ ਜਿਹੜੀ ਨਾ ਉਹ ਕਮ ਆਉਂਦੀ ਹੈ। ਤੋ ਇਸ ਲਈ ਮੁਤਨਾਸਬ ਅਗਰ ਖਾਦਾਂ ਅਸੀਂ ਇਸਤੇਮਾਲ ਕਰਾਂਗੇ ਤਾਂ ਉਹਦੇ ਨਾਲ ਸਾਡੀ ਫੀ ਏਕੜ ਪੈਦਾਵਾਰ ਜ਼ਿਆਦਾ ਹੋਏਗੀ। ਉਹਦੇ ਵਿੱਚ ਕਿਹੜੀ ਚੀਜ਼ਾਂ ਜ਼ਰੂਰੀ ਨੇ? ਇੱਕ ਤਾਂ NPK ਮਤਲਬ ਇੱਕ ਅਸੀਂ ਨਾਈਟ੍ਰੋਜਨ ਜਿਹੜੀ ਕਿ ਅਸੀਂ ਯੂਰੀਆ ਦੀ ਸ਼ਕਲ 'ਚ ਲੈਂਦੇ ਹਾਂ। ਦੂਸਰੀ ਫਾਸਫੋਰਸ ਹੈ ਜਿਹੜੀ ਕਿ DAP ਦੀ ਸ਼ਕਲ 'ਚ ਜਾਂ ਸਿੰਗਲ ਸੁਪਰ ਫਾਸਫੇਟ ਦੀ ਸ਼ਕਲ 'ਚ। ਤੀਸਰੀ ਸਾਡੀ ਪੋਟਾਸ਼ ਹੈ ਜਿਹਨੂੰ ਅਸੀਂ SOP ਇੱਥੇ ਇਸਤੇਮਾਲ ਕਰਨੇ ਆ। ਇਸ ਤੋਂ ਇਲਾਵਾ ਜ਼ਿੰਕ ਦਾ ਇਸਤੇਮਾਲ ਹੈ, ਫਿਰ ਬੋਰਾਨ ਦਾ ਇਸਤੇਮਾਲ ਹੈ। ਵੀ ਇਹਦੇ 'ਚ ਜਿਹੜੀ ਫਾਸਫੋਰਸ ਹੈ ਉਹਦੇ 'ਚ 1.5 ਬੋਰੀ ਜਿਹੜੀ ਫਾਈਨ ਕਿਸਮਾਂ ਨੇ ਸਾਡੇ ਇਲਾਕੇ 'ਚ PK 11-21 ਜ਼ਿਆਦਾ ਕਾਸ਼ਤ ਹੁੰਦੀ ਹੈ, ਔਰ ਇਹਦੇ 'ਚ ਦੂਸਰੀ ਜਿਹੜੀ ਕਿਸਾਨ ਬਾਸਮਤੀ ਕਾਸ਼ਤ ਹੁੰਦੀ ਹੈ, ਇਹਦੇ ਲਈ 1.5 ਬੋਰੀ DAP ਜਿਹੜਾ ਨਾ ਉਹ ਜ਼ਰੂਰੀ ਹੈ। ਦੂਸਰਾ ਉਹਦੇ 'ਚ 2 ਬੋਰੀ ਜਿਹੜੀ ਨੇ ਯੂਰੀਆ ਦੀ ਜ਼ਰੂਰਤ ਹੈ, 1 ਬੋਰੀ ਉਹਦੇ 'ਚ SOP ਜਿਹੜੀ ਪੋਟਾਸ਼ ਦੀ ਉਹਦੀ ਜ਼ਰੂਰਤ ਹੈ। ਜ਼ਿੰਕ ਦੀ ਅਗਰ ਗੱਲ ਕਰੀਏ ਤਾਂ ਜ਼ਿੰਕ ਜਿਹੜਾ ਨਾ ਉਹ ਜਿਹੜੇ ਹਾਰਮੋਨ ਨੇ, ਬੜੋਤਰੀ ਵਾਲੇ ਹਾਰਮੋਨ, ਉਹਨਾਂ ਨੂੰ ਬਣਨ ਦੇ ਵਿੱਚ ਮਦਦ ਦਿੰਦਾ ਹੈ। ਅਗਰ ਜ਼ਿੰਕ ਦੀ ਕਮੀ ਹੋਏ ਤਾਂ ਦੂਸਰੀ ਖਾਦਾਂ ਜਿੰਨੀਆਂ ਵੀ ਪਾਈਆਂ ਹੋਣਗੀਆਂ ਉਹਨਾਂ ਦਾ ਖਾਤਰ ਖਾ ਫਾਇਦਾ ਨਹੀਂ ਹੁੰਦਾ। ਜੜ੍ਹਾਂ ਪੌਦੇ ਦੀ ਕਮਜ਼ੋਰ ਹੋ ਜਾਂਦੀਆਂ ਨੇ ਅਤੇ ਪੌਦਾ ਜਿਹੜਾ ਨਾ ਖੁਰਾਕ ਲੈਣ ਦੇ ਉਹਦਾ ਅਮਲ ਜਿਹੜਾ ਨਾ ਰੁਕ ਜਾਂਦਾ ਹੈ। ਸਾਡੀ ਐਪ ਇੱਕ ਹੈ ਖਾਦ ਹਿਸਾਬ, ਉਹਦੇ ਤੋਂ ਤੁਸੀਂ ਆਪਣੀ ਜ਼ਮੀਨ ਦੀ ਨੋਈਅਤ ਦੇ ਲਿਹਾਜ਼ ਨਾਲ ਵੀ ਖਾਦ ਦੀ ਮਿਕਦਾਰ ਉੱਥੋਂ ਦੇਖ ਸਕਦੇ ਹੋ ਵੀ ਕਿੰਨੀ ਚਾਹੀਦੀ ਹੈ। ਅਗਰ ਤੁਸੀਂ ਪੈਸਿਆਂ ਦੇ ਹਿਸਾਬ ਨਾਲ ਦੇਖਣਾ ਚਾਹੋ ਵੀ ਅਸੀਂ ਖਾਦਾਂ 'ਤੇ ਇੰਨੇ ਪੈਸੇ 10,000 ਰੁਪਇਆ ਖਰਚ ਕਰਨਾ, ਅਤੇ ਉਹ ਵੀ ਕੈਲਕੂਲੇਟ ਕਰਕੇ ਦੇ ਦੇਗੀ ਵੀ ਇੰਨੀ ਖਾਦ ਜਿਹੜੀ
ਮੁਤਨਾਸਬ ਹੈ ਉਹ ਇੰਨੀ ਤੁਸੀਂ ਇਸਤੇਮਾਲ ਕਰੋ। ਤੋ ਇਹ ਖਾਦ ਦੇ ਹਿਸਾਬ ਤੋਂ ਤੁਸੀਂ ਆਪਣੀ ਖਾਦ ਦਾ ਜਿਹੜਾ ਨਾ ਉਹ ਵੀ ਉਹ ਮਤਲਬ ਅੰਦਾਜ਼ਾ ਲਗਾ ਸਕਦੇ ਹੋ। ਜਿੱਥੇ ਸਿਹਤ ਹੈ ਉੱਥੇ ਬਿਮਾਰੀ ਵੀ ਹੈ, ਸਾਡੇ ਪੌਦੇ ਵੀ ਬਿਮਾਰ ਹੋ ਜਾਂਦੇ ਨੇ ਅਤੇ ਬਾਅਦ ਔਕਾਤ ਕੀੜੇ ਜਿਹੜੇ ਨੇ ਇਹਨਾਂ 'ਤੇ ਹਮਲਾਵਰ ਹੋ ਜਾਂਦੇ ਨੇ। ਇਹ ਕਿਹੜੀ ਕਿਸਮ ਦੇ ਕੀੜੇ ਨੇ ਅਤੇ ਇਹਨਾਂ ਦੀ ਤਲਫੀ ਜਿਹੜੀ ਹੈ ਉਹ ਕਿਸ ਤਰ੍ਹਾਂ ਹੋ ਸਕਦੀ ਹੈ? ਕੀੜਿਆਂ ਦੇ ਵਿੱਚੋਂ ਅਗਰ ਗੱਲ ਕੀਤੀ ਜਾਏ ਤਾਂ ਇਹਦੇ ਵਿੱਚ ਤਣੇ ਦੀ ਸੁੰਡੀਆਂ ਦਾ ਹਮਲਾ ਹੁੰਦਾ ਹੈ। ਤਣੇ ਦੀ ਸੁੰਡੀਆਂ ਦੇ ਨਾਲ ਇਹ ਦੋ ਤਰ੍ਹਾਂ ਦਾ ਹਮਲਾ ਹੁੰਦਾ ਹੈ। ਇੱਕ ਤੇ ਹੁੰਦਾ ਹੈ ਮੁੰਜਰ ਨਿਕਲਣ ਤੋਂ ਪਹਿਲੇ ਉਹ ਜਿਹੜੀ ਉਹਦੀ ਦਰਮਿਆਨੀ ਸ਼ਾਖ ਹੈ ਪੌਦੇ ਦੀ ਉਹ ਮਤਲਬ ਖੁਸ਼ਕ ਹੋ ਜਾਂਦੀ ਹੈ। ਪਾਣੀ ਦੀ ਸਤ੍ਹਾ ਤੋਂ ਉੱਪਰ ਜਿਹੜਾ ਉਹ ਤਣੇ ਦੀ ਸੁੰਡੀ ਜਿਹੜੀ ਹੈ ਉਹ ਪੌਦੇ ਦੇ ਤਣੇ ਦੇ ਵਿੱਚ ਦਾਖਲ ਹੋ ਕੇ ਉਹਦੀ ਜਿਹੜੀ ਦਰਮਿਆਨੀ ਸ਼ਾਖ ਹੈ ਉਹਨੂੰ ਕੱਟ ਦਿੰਦੀ, ਉਹਦਾ ਕਨੈਕਸ਼ਨ ਕੱਟ ਦਿੰਦੀ ਹੈ। ਉਹਦੇ ਨਾਲ ਸਾਡੀ ਉਹ ਪੌਦੇ ਦੀ ਕਈ ਜਿਹੜੀਆਂ ਟਿਲਰ ਬਣੇ ਨੇ, ਸ਼ਾਖਾਂ ਬਣੀਆਂ ਨੇ, ਉਹ ਸਿੱਟਾ ਲੈਣ ਦੇ ਕਾਬਲ ਨਹੀਂ ਹੁੰਦੀਆਂ। ਤੋ ਇਸ ਵਾਸਤੇ ਉਹਨੂੰ ਅਸੀਂ ਸੋਕ ਕਹਿੰਦੇ ਹਾਂ, ਡੈੱਡ ਹਾਰਟ ਕਹਿੰਦੇ ਹਾਂ। ਇਸ ਵਕਤ ਹਮਲਾ ਹੁੰਦਾ ਹੈ। ਦੂਸਰਾ ਅਗਰ ਉਹ ਮੁੰਜਰ ਨਿਕਲਣ ਤੋਂ ਬਾਅਦ ਅਗਰ ਉਹਦਾ ਹਮਲਾ ਹੋਏ ਅਤੇ ਉਹ ਅਸੀਂ ਦੇਖਿਆ ਜਦੋਂ ਮੁੰਜਰ ਸਿੱਟਾ ਕੱਢਦੀ ਉਹਦੇ 'ਚ ਨਜ਼ਰ ਆਉਂਦਾ ਵੀ ਜਗ੍ਹਾ ਜਗ੍ਹਾ 'ਤੇ ਸਫੈਦ ਸਿੱਟੇ ਨਜ਼ਰ ਆਉਂਦੇ ਨੇ। ਅਗਰ ਅਸੀਂ ਉਹ ਸਫੈਦ ਸਿੱਟੇ ਨੂੰ ਖਿੱਚ ਕੇ ਬਾਹਰ ਦੇਖਦੇ ਹਾਂ ਤਾਂ ਉਹ ਆਸਾਨੀ ਨਾਲ ਹੀ ਬਾਹਰ ਆ ਜਾਂਦਾ ਹੈ। ਉਹ ਦੇਖਦੇ ਹਾਂ ਅਤੇ ਉਹ ਪੌਦੇ ਨੂੰ ਅਤੇ ਉਹਦੇ ਵਿੱਚ ਸੁੰਡੀ ਮੌਜੂਦ ਹੁੰਦੀ ਹੈ। ਤਾਂ ਉਸ ਵਕਤ ਉਹਨੂੰ ਅਸੀਂ ਕਹਿੰਦੇ ਹਾਂ ਵਾਈਟ ਹੈਡ ਜਾਂ ਸਫੈਦ ਖੋਸ਼ਾ ਕਹਿੰਦੇ ਹਾਂ। ਪੈਸਟ ਸਕਾਊਟਿੰਗ ਕਰਨੀ ਚਾਹੀਦੀ ਹੈ ਅਤੇ ਦੇਖ ਕੇ ਵੀ ਇਹਦੇ 'ਚ ਪਰਵਾਨਾ ਜਿਹੜਾ ਹੈ ਤਣੇ ਦੀ ਸੁੰਡੀਆਂ ਦਾ ਪਰਵਾਨਾ ਜਿਹੜਾ ਨਾ ਉਹ ਮਤਲਬ ਮੌਜੂਦ ਹੈ ਤਾਂ ਉਸ ਵਕਤ ਜਿਹੜਾ ਨਾ ਦਾਣਾਦਾਰ ਦਵਾਈ ਸਾਨੂੰ ਉਹ ਖੇਤ ਵਿੱਚ ਡਾਲ ਦੇਣੀ ਚਾਹੀਦੀ ਹੈ ਜਾਂ ਸਪਰੇਅ ਕਰ ਦੇਣਾ ਚਾਹੀਦਾ ਹੈ। ਔਰ ਸਪਰੇਅ ਵੀ ਉਸ ਵਕਤ ਲੇਟ ਨਹੀਂ ਕਰਨਾ ਚਾਹੀਦਾ ਵੀ ਉੱਧਰੋਂ ਫਸਲ ਜਿਹੜੀ ਹੈ ਤਿਆਰ ਹੋ ਰਹੀ ਹੈ। ਉਸ ਵਕਤ ਅਗਰ ਅਸੀਂ ਜ਼ਹਿਰਾਂ ਦਾ ਇਸਤੇਮਾਲ ਕਰਾਂਗੇ ਤਾਂ ਚਾਵਲ ਦੇ ਵਿੱਚ ਉਹਦਾ ਅਸਰ ਜਾਏਗਾ। ਫਿਰ ਜਦੋਂ ਸਾਡਾ ਚਾਵਲ ਜਿਹੜਾ ਹੈ ਉਹ ਬਾਹਰ ਐਕਸਪੋਰਟ ਹੁੰਦਾ ਹੈ ਅਤੇ ਫਿਰ ਉਹਦੇ ਵਿੱਚ ਜ਼ਹਿਰ ਪਾਇਆ ਜਾਂਦਾ ਅਤੇ ਉੱਥੇ ਸਾਡੀ ਫਿਰ ਉਹ ਜਿਹੜੀ ਐਕਸਪੋਰਟ ਹੈ ਉਹ ਰੁਕ ਜਾਂਦੀ। ਇਸ ਲਈ ਉੱਤੇ ਦਵਾਈਆਂ ਦੇ ਉੱਪਰ ਵੀ ਲਿਖਿਆ ਹੁੰਦਾ ਵੀ ਇਹਦਾ ਸਪਰੇਅ ਜਿਹੜਾ ਨਾ ਕਿੰਨੇ ਦਿਨ ਪਹਿਲੇ ਕਰਨਾ ਹੈ। ਤੋ ਇਹ ਮਹਿਕਮਾ ਜ਼ਰਾਅਤ ਦੇ ਨਾਲ ਜਿੰਨਾ ਤੁਸੀਂ ਮਸ਼ਵਰਾ ਲਓਗੇ ਉਹਦੇ ਮਸ਼ਵਰੇ ਦੇ ਨਾਲ ਹੀ ਦਾਣਾਦਾਰ ਜ਼ਹਿਰਾਂ ਦਾ ਸਪਰੇਅ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਕੀੜੇ ਮਕੌੜਿਆਂ ਦਾ ਤੁਸੀਂ ਬੜਾ ਤਫਸੀਲ ਦੇ ਨਾਲ ਦੱਸਿਆ ਅਤੇ ਜਾਨਵਰ ਹੋਣ ਅਤੇ ਉਹਨਾਂ ਦੇ ਵਿੱਚ ਅਗਰ ਪੇਟ ਦੇ ਵਿੱਚ ਕੀੜੇ ਹੋਣ ਨਾ ਅਤੇ ਜਾਨਵਰ ਅਗਰ ਦੁੱਧ ਦੇਣ ਵਾਲਾ ਤਾਂ ਦੁੱਧ ਘੱਟ ਜਾਂਦਾ, ਜੇ ਗੋਸ਼ਤ ਵਾਸਤੇ ਤਾਂ ਗੋਸ਼ਤ ਘੱਟ ਜਾਂਦਾ। ਇਸ ਤਰ੍ਹਾਂ ਹੀ ਫਸਲਾਂ ਦੇ ਵਿੱਚ ਜੜੀ ਬੂਟੀਆਂ ਨੇ ਜਿਹੜੀ ਫਸਲ ਦੀ ਦੁਸ਼ਮਣ ਹੁੰਦੀਆਂ ਨੇ ਅਤੇ ਕਿਆ ਇਹਦੇ 'ਚ ਜੜੀ ਬੂਟੀਆਂ ਪੈਦਾ ਹੁੰਦੀਆਂ ਨੇ, ਕਿਹੜੀ ਕਿਸਮ ਦੀਆਂ ਨੇ ਅਤੇ ਉਹਨਾਂ ਦੀ ਤਲਫੀ ਜਿਹੜੀ ਹੈ ਉਹ ਕਿਸ ਤਰ੍ਹਾਂ ਕੀਤੀ ਜਾ ਸਕਦੀ? ਧਾਨ ਦੀ ਫਸਲ ਦੇ ਵਿੱਚ ਘਾਸਨੁਮਾ ਜੜੀ ਬੂਟੀਆਂ ਜਾਂ ਉਹਦੇ 'ਚ ਇੱਕ ਘੋੜਾ ਘਾਹ ਜਿਹੜਾ ਨਾ ਉਹ ਮਤਲਬ ਹੁਣ ਹੋਣਾ ਸ਼ੁਰੂ ਹੋ ਗਿਆ। ਤੋ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ। ਜੜੀ ਬੂਟੀਆਂ ਨੂੰ ਕੰਟਰੋਲ ਕਰਨ ਦੇ ਦੋ ਤਰੀਕੇ ਨੇ। ਇੱਕ ਤਾਂ ਜੜੀ ਬੂਟੀਆਂ ਉੱਗਣ ਤੋਂ ਪਹਿਲੇ ਉਹ ਅਸੀਂ ਜਦੋਂ ਖੇਤ ਵਿੱਚ ਲਾਭ ਮੁੰਤਕਿਲ ਕਰ ਦਿੰਦੇ ਹਾਂ ਤਕਰੀਬਨ ਚੌਥੇ ਪੰਜਵੇਂ ਦਿਨ ਬਾਅਦ ਖੇਤ ਵਿੱਚ ਪਾਣੀ ਜਦੋਂ 3 ਇੰਚ ਹੋਏਗਾ ਉਹਦੇ 'ਚ ਸ਼ੇਕਰ ਬੋਤਲ ਦੇ ਜ਼ਰੀਏ ਅਸੀਂ ਜੜੀ ਬੂਟੀ ਮਾਰ ਦਵਾਈ ਜਿਹੜੀ ਹੈ ਉਹ ਉਹਦੇ 'ਚ ਛਿੜਕ ਦਿੰਦੇ ਹਾਂ ਤਾਂ ਉਹਦੇ ਨਾਲ ਜੜੀ ਬੂਟੀਆਂ ਉਗਦੀਆਂ ਹੀ ਨਹੀਂ ਹੈ। ਅਤੇ ਦੂਸਰਾ ਤਰੀਕਾ ਇਹ ਵੀ ਅਗਰ ਤੁਸੀਂ ਉਦੋਂ ਇਸਤੇਮਾਲ ਨਹੀਂ ਕਰਨਾ, ਪਾਣੀ ਤੁਹਾਡੇ ਕੋਲ ਇਸ ਤਰ੍ਹਾਂ ਵੱਧ ਘੱਟ ਹੋ ਜਾਂਦਾ ਅਤੇ ਜੜੀ ਬੂਟੀਆਂ ਉੱਗ ਆਉਂਦੀਆਂ ਨੇ। ਫਿਰ ਤੁਸੀਂ ਜੜੀ ਬੂਟੀਆਂ ਜਦੋਂ ਉੱਗ ਆਉਣ ਤਕਰੀਬਨ ਫਸਲ ਜਿਹੜੀ ਹੈ ਉਹ 18-20 ਦਿਨ ਦੀ ਹੋ ਜਾਏ, ਜੜੀ ਬੂਟੀਆਂ ਵੀ ਉੱਗਣ ਅਤੇ ਖੇਤ ਵਿੱਚ ਪਾਣੀ ਨਹੀਂ ਖੜਾ ਹੋਣਾ ਚਾਹੀਦਾ। ਲੇਕਿਨ ਤਰ-ਬੱਤਰ ਹਾਲਤ 'ਚ ਤੁਸੀਂ ਸਪਰੇਅ ਕਰ ਦੇਣਾ। ਅੱਗੋਂ 36 ਘੰਟੇ ਬਾਅਦ 24 ਤੋਂ 36 ਘੰਟੇ ਬਾਅਦ ਦੁਬਾਰਾ ਪਾਣੀ ਲਗਾ ਦੇਣਾ। ਉਹਦੇ ਨਾਲ ਜੜੀ ਬੂਟੀਆਂ ਜਿਹੜੀਆਂ ਨੇ ਆਹਿਸਤਾ ਤਕਰੀਬਨ 8-10 ਦਿਨ ਦੇ ਵਿੱਚ ਜੜੀ ਬੂਟੀਆਂ ਜਿਹੜੀਆਂ ਉੱਗੀਆਂ ਹੋਣਗੀਆਂ ਉਹ ਸਾਰੀਆਂ ਖਤਮ ਹੋ ਜਾਣਗੀਆਂ। ਅਸ਼ਰਫ ਸਾਹਿਬ, ਆਖਰ ਦੇ ਵਿੱਚ ਜਿਹੜੇ ਨਾਜ਼ਰੀਨ ਸਾਡਾ ਪ੍ਰੋਗਰਾਮ ਇਸ ਲਈ ਮੁਲਾਜ਼ਾ ਕਰ ਰਹੇ ਨੇ, ਧਾਨ ਦੀ ਫਸਲ ਦੀ ਗੱਲ ਹੋ ਰਹੀ ਹੈ, ਉਹਨਾਂ ਨੂੰ ਕੋਈ ਪੈਗਾਮ ਦੇਣਾ ਪਸੰਦ ਕਰੋਗੇ? ਜ਼ਿਮੀਂਦਾਰਾਂ ਨੂੰ ਮੇਰਾ ਮੈਸੇਜ ਹੈ, ਸਾਡੀ ਜਿਹੜੇ ਟੀਮਾਂ ਨੇ ਐਗਰੀਕਲਚਰ ਅਫੀਸਰ ਉਹ ਗਾਉਂ ਜਾ ਰਹੇ ਨੇ। ਫਾਰਮਰ ਟ੍ਰੇਨਿੰਗ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਜ਼ਿਮੀਂਦਾਰ ਦੇ ਡੇਰੇ 'ਤੇ। ਉੱਥੇ ਅਸੀਂ ਜ਼ਿਮੀਂਦਾਰਾਂ ਨੂੰ ਆਗਾਹੀ ਦੇ ਰਹੇ ਹਾਂ ਫਸਲ ਦੇ ਬਾਰੇ 'ਚ, ਪੈਦਾਵਾਰੀ ਟੈਕਨੋਲੋਜੀ ਦੇ ਬਾਰੇ 'ਚ। ਬਰਾਏ ਮਿਹਰਬਾਨੀ ਸਾਡੇ ਅਮਲੇ ਜਦੋਂ ਵੀ ਸਾਡਾ ਐਲਾਨ ਹੋਏ ਉਸ ਡੇਰੇ 'ਤੇ ਉੱਥੇ ਜ਼ਿਮੀਂਦਾਰਾਂ ਨੂੰ ਇਕੱਠੇ ਹੋ ਕੇ ਮਸ਼ਵਰਾ ਲੈਣਾ ਚਾਹੀਦਾ ਹੈ। ਪੈਦਾਵਾਰ ਅੱਛੀ ਲੈਣ ਵਾਸਤੇ ਤੁਸੀਂ ਖਰਚਾ ਤਾਂ ਕਰਦੇ ਹੋ, ਲੇਕਿਨ ਅਗਰ ਤੁਸੀਂ ਮਹਿਕਮਾ ਜ਼ਰਾਅਤ ਦੇ ਮਸ਼ਵਰੇ 'ਤੇ ਅਮਲ ਕਰੋਗੇ ਤਾਂ ਤੁਹਾਡਾ ਖਰਚਾ ਕਮ ਹੋਏਗਾ ਔਰ ਪੈਦਾਵਾਰ ਤੁਹਾਡੀ ਅੱਛੀ ਆਏਗੀ। ਮੁਹਤਰਮਾ, ਧਾਨ ਦੇ ਉੱਤੇ ਅਸੀਂ ਅੱਜ ਗੱਲ ਕਰਨੇ ਪਏ ਹਾਂ ਅਤੇ ਧਾਨ ਦੀ ਜ਼ਿਆਦਾ ਪੈਦਾਵਾਰ ਲੈਣ ਵਾਸਤੇ ਕੀ ਹਕਮਤ ਅਮਲੀ ਕਰਨੀ ਚਾਹੀਦੀ ਹੈ? ਡਾਕਟਰ ਸਾਹਿਬ, ਇਹਦੇ ਵਿੱਚ ਸਾਡੇ ਮਹਿਕਮੇ ਦੀ ਜਿਹੜੀ ਸਿਫਾਰਿਸ਼ਾਤ ਆ ਉਹਦੇ ਵਿੱਚ ਮੇਨ ਜਿਹੜੀਆਂ ਵਾ 8 ਤੋਂ 10 ਹੀ ਗੱਲਾਂ ਵਾ ਜਿਹਦੇ ਉੱਤੇ ਸਾਡੇ ਜ਼ਿਮੀਂਦਾਰ ਭਾਈ ਅਮਲ ਕਰਕੇ ਜਿਹੜੀ ਆਪਣੀ ਅੱਛੀ ਪੈਦਾਵਾਰ ਲੈ ਸਕਦੇ ਆ। ਪਹਿਲੇ ਨੰਬਰ 'ਤੇ ਉਹਨਾਂ ਨੂੰ ਬੀਜ ਜਿਹੜਾ ਵਾ ਉਹ ਮਨਜ਼ੂਰਸ਼ੁਦਾ ਬੀਜ ਜਿਹੜਾ ਉਹ ਇਸਤੇਮਾਲ ਕਰਨਾ ਚਾਹੀਦਾ। ਦੂਸਰੇ ਨੰਬਰ 'ਤੇ ਬੀਜ ਨੂੰ ਕਾਸ਼ਤ ਕਰਨ ਤੋਂ ਪਹਿਲੇ ਉਹਨੂੰ ਜ਼ਹਿਰ ਲਗਾ ਕੇ ਕਾਸ਼ਤ ਕਰਨਾ ਚਾਹੀਦਾ।
ਤੀਸਰੇ ਨੰਬਰ ਤੇ ਸਾਡੀ ਜ਼ਮੀਨ ਦੀ ਤਿਆਰੀ ਜਿਹੜੀ ਆ ਉਹ ਬੜਾ ਅਹਿਮ ਕਿਰਦਾਰ ਅਦਾ ਕਰਦੀ ਆ, ਕਿਉਂਕਿ ਕੋਈ ਵੀ ਫਸਲ ਆ ਉਹਨੂੰ ਬੀਜਣ ਤੋਂ ਲੈ ਕੇ ਉਹਦੀ ਬਰਦਾਸ਼ਤ ਤੱਕ ਜ਼ਮੀਨ ਅਗਰ ਅੱਛੀ ਤਿਆਰ ਕੀਤੀ ਗਈ ਆ ਤਾਂ ਉਹਦੀ ਪੈਦਾਵਾਰ ਅੱਛੀ ਆਊਗੀ। ਚੌਥੇ ਨੰਬਰ ਤੇ ਸਾਨੂੰ ਜਿਹੜੀ ਬੂਟੀਆਂ ਦਾ ਕੰਟਰੋਲ ਆ ਉਹ ਬਰ ਵਕਤ ਕਰਨਾ ਚਾਹੀਦਾ ਵਾ, ਤਾਂ ਕਿ ਜੜੀ ਬੂਟੀ ਦੀ ਵਜ੍ਹਾ ਤੋਂ ਜਿਹੜਾ ਸਾਡੀ ਫਸਲ ਨੂੰ ਨੁਕਸਾਨ ਹੁੰਦਾ ਉਹ ਘੱਟ ਤੋਂ ਘੱਟ ਹੋਵੇ। ਪੰਜਵੇਂ ਨੰਬਰ ਤੇ ਜਿਹੜੇ ਕੀੜੇ ਆ ਜਾਂ ਫਿਰ ਸਾਡੀ ਫਸਲ ਦੀਆਂ ਜਿਹੜੀਆਂ ਅਹਿਮ ਬਿਮਾਰੀਆਂ ਵਾ ਉਹਨਾਂ ਨੂੰ ਬਰ ਵਕਤ ਕੰਟਰੋਲ ਕਰਨਾ ਚਾਹੀਦਾ। ਛਠੇ ਨੰਬਰ ਤੇ ਸਾਡੀ ਖਾਦ ਦਾ ਮੁਨਾਸਬ ਤੇ ਮਤਵਾਜ਼ਨ ਤੇ ਬਰ ਵਕਤ ਇਸਤੇਮਾਲ ਜਿਹੜਾ ਨਾ ਕਿਸੇ ਵੀ ਫਸਲ ਦੀ ਪੈਦਾਵਾਰ बढ़ाਉਣ ਵਾਸਤੇ ਬੜਾ ਅਹਿਮ ਕਿਰਦਾਰ ਅਦਾ ਕਰਦੇ ਆ। ਸੱਤਵੇਂ ਨੰਬਰ ਤੇ ਆ ਕਿ ਸਾਡਾ ਕੋਈ ਵੀ ਫਸਲ ਆ, ਖਾਸ ਤੌਰ ਤੇ ਧਾਨ ਦੀ ਫਸਲ ਆ, ਉਹਦੀ ਆਬਪਾਸ਼ੀ ਦਾ ਟਾਈਮ ਜਿਹੜਾ ਵਾ ਉਹ ਸਾਨੂੰ ਬੜਾ ਜ਼ਿਮੀਦਾਰ ਨੂੰ ਜ਼ੇਨ ਵਿੱਚ ਰੱਖਣਾ ਚਾਹੀਦਾ ਕਿ ਜਿਹੜੀਆਂ ਕ੍ਰਿਟੀਕਲ ਸਟੇਜਿਸ ਆ, ਨਾਜ਼ੁਕ ਮਰਾਹਲ ਆ, ਉਹ ਕਿਹੜੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਤੇ ਉਸ ਮਰਹਲੇ ਤੇ ਆਬਪਾਸ਼ੀ ਜਿਹੜੀ ਆ ਉਹ ਬੜੀ ਲਾਜ਼ਮੀ ਆ। 8ਵੇਂ ਨੰਬਰ ਤੇ ਜਦੋਂ ਵੀ ਕੋਈ ਫਸਲ ਦੀ ਬਰਦਾਸ਼ਤ ਦਾ ਬਰ ਵਕਤ ਟਾਈਮ ਆ ਉਹਨੂੰ ਬਰ ਵਕਤ ਕਾਸ਼ਤ ਕਰ ਲੈਣਾ ਚਾਹੀਦਾ, ਉਹਨੂੰ ਡਿਲੇ ਨਹੀਂ ਕਰਨਾ ਚਾਹੀਦਾ। ਥੈਂਕ ਯੂ ਸਰ। ਅਸੀਂ ਇਸ ਵੇਲੇ ਲੰਗੋਵਾਲ ਚੱਕ 28 ਦੇ ਵਿੱਚ ਮੌਜੂਦ ਹਾਂ ਤੇ ਇੱਥੇ ਜਿਹੜੇ ਜ਼ਿਮੀਂਦਾਰ ਨੇ, ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਸਾਰੀ ਫਸਲ ਜਿਹੜੀ ਹੈ ਧਾਨ ਦੀ, ਇਹ ਇਹਨਾਂ ਦੀ ਫਸਲ ਹੈ ਔਰ ਇਹ ਬੀਜ ਰਹੇ ਨੇ ਤੇ ਇਹਨਾਂ ਨੂੰ ਪੁੱਛਦੇ ਆ ਕਿ ਮਹਿਕਮਾ ਇਹਨਾਂ ਦੀ ਕਿਸ ਤਰ੍ਹਾਂ ਰਹਿਨੁਮਾਈ ਕਰਦਾ। ਮਹਿਕਮਾ ਜ਼ਰਾਇਤ ਵਾਲੇ ਸਾਡੇ ਨਾਲ ਸ਼ੁਰੂ ਤੋਂ ਲੈ ਕੇ ਆਖਰ ਤੱਕ ਤਾਵਨ ਕਰਦੇ ਨੇ ਜੀ। ਪਾਣੀ ਦਾ ਤਰੀਕਾ ਦੱਸਦੇ ਨੇ ਕਿ ਪਾਣੀ ਕਿਸ ਤਰ੍ਹਾਂ ਲਾਣਾ ਹੈ, ਫਸਲ ਸੁੱਕੀ ਰੱਖਣੀ ਹੈ ਜਾਂ ਇਹਨਾਂ ਨੂੰ ਪਾਣੀ ਦੇਣਾ ਹੈ। ਬੀਜ ਨਵੇਂ ਤੋਂ ਨਵਾਂ ਸਾਨੂੰ ਪੈਦਾਵਾਰ ਜਿਹੜੀ ਵਧਾਉਣ ਲਈ ਦਿੰਦੇ ਨੇ। ਮੁੰਜੀ ਸਾਨੂੰ ਦੱਸਦੇ ਨੇ ਕਿ ਇਹ ਬੀਜ ਨਵਾਂ ਲਾਣਾ ਜੇ, ਇਹ ਜਿਹੜਾ ਜੇ ਨਹੀਂ ਲਾਣਾ। ਸਾਡੇ ਮਹਿਕਮਾ ਜ਼ਰਾਇਤ ਵਾਲੇ ਜਿਹੜੇ ਨੇ ਪਾਣੀ ਵੀ ਚੈੱਕ ਕਰਦੇ ਨੇ ਜੀ, ਜ਼ਮੀਨ ਦੀ ਮਿੱਟੀ ਵੀ ਚੈੱਕ ਕਰਦੇ ਨੇ ਆਣ ਕੇ, ਸਾਨੂੰ ਹਰ ਕਿਸਮ ਦੀ ਆਣ ਕੇ ਸਹੂਲਤ ਦਿੰਦੇ ਨੇ। ਸਾਨੂੰ ਦੱਸਦੇ ਨੇ ਕਿ ਇਹ ਖਾਦ ਇਹਨੂੰ ਇਸਤੇਮਾਲ ਕਰੋ, ਇਹ ਖਾਦ ਜਿਹੜੀ ਇਹ ਨਹੀਂ ਇਸਤੇਮਾਲ ਕਰਨੀ। ਹਰ ਕਿਸਮ ਦੀ ਸਪਰੇਅ ਦਾ ਅਲੱਗ ਸਾਨੂੰ ਦੱਸ ਕੇ ਜਾਂਦੇ ਨੇ ਕਿ ਇਹ ਸਪਰੇਅ ਕਰਨੀ ਜੇ, ਇਹ ਨਹੀਂ ਕਰਨੀ। ਨਾਜ਼ਰੀਨ, ਅੱਜ ਦੀ ਨਿਸ਼ਿਸ਼ ਦੇ ਵਿੱਚ ਇਹ ਗੱਲ ਇੰਤਹਾਈ ਅਹਿਮ ਹੈ ਕਿ ਸਾਡਾ ਮੁਲਕ ਜਿਹੜਾ ਹੈ ਇੱਕ ਜ਼ਰਾਈ ਮੁਲਕ ਹੈ ਤੇ ਜ਼ਰਾਅਤ ਦੀ ਤਰੱਕੀ ਜਿਹੜੀ ਹੈ ਉਹ ਸਾਡੇ ਲਈ ਨਾਗੁਜ਼ੀਰ ਹੈ। ਫਸਲ ਕੋਈ ਵੀ ਹੋਵੇ, ਅਸੀਂ ਉਹਦੀ ਫੀ ਏਕੜ ਪੈਦਾਵਾਰ ਜ਼ਿਆਦਾ ਲੈਣੀ ਹੈ। ਧਾਨ ਦੀ ਫਸਲਾਂ ਉਗਾਓ ਔਰ ਤੁਹਾਨੂੰ ਪਤਾ ਹੈ ਕਿ ਜਿਸ ਵੇਲੇ ਧਾਨ ਦੀ ਫਸਲ ਤਿਆਰ ਹੋ ਜਾਂਦੀ ਹੈ, ਮੂੰਜੀ ਬਣ ਜਾਂਦੀ ਹੈ, ਚਾਵਲ ਤਿਆਰ ਹੋ ਜਾਂਦਾ ਤੇ ਅਸੀਂ ਇਹਨੂੰ ਬਾਹਰ ਦੇ ਮੁਲਕਾਂ 'ਚ ਵੀ ਭੇਜਦੇ ਹਾਂ। ਤੇ ਇੱਕ ਬੜੀ ਅਹਿਮ ਗੱਲ ਇਹਨਾਂ ਨੇ ਕੀਤੀ ਹੈ ਕਿ ਜਿਸ ਵੇਲੇ ਵੀ ਤੁਸੀਂ ਸਪਰੇਅ ਕਰਨ ਲੱਗੋ ਤੇ ਲੌਂਗ ਐਕਟਿੰਗ ਜਿਹੜੀ ਦਵਾਈਆਂ ਨੇ ਉਹਨਾਂ ਦਾ ਇਸਤੇਮਾਲ ਨਹੀਂ ਕਰਨਾ, ਕਿਉਂਕਿ ਉਹ ਚੌਲਾਂ ਦੇ ਵਿੱਚ ਉਹਦਾ ਚਲਾ ਜਾਂਦਾ ਹੈ ਅਸਰ। ਤੇ ਬਾਹਰ ਦੇ ਮੁਲਕਾਂ 'ਚ ਜਿਸਲੇ ਅਸੀਂ ਭੇਜਦੇ ਹਾਂ ਤੇ ਉਹਦੇ 'ਚ ਜਿਸਲੇ ਜ਼ਹਿਰ ਨਜ਼ਰ ਆਉਂਦੀ ਹੈ ਤੇ ਫਿਰ ਉਹ ਸਾਡਾ ਮਾਲ ਨਹੀਂ ਲੈਂਦੇ। ਤੇ ਲਿਹਾਜ਼ਾ ਆਪਣੇ ਤੌਰ ਤੇ ਕੁਛ ਨਹੀਂ ਕਰਨਾ। ਮਹਿਕਮਾ ਜ਼ਰਾਅਤ ਦੇ ਜਿਹੜੇ ਜਗ੍ਹਾ ਤੇ ਇਹਨਾਂ ਦਾ ਅਮਲਾ ਮੌਜੂਦ ਹੈ ਤੇ ਇਹਨਾਂ ਦੇ ਅਫਸਰ ਮੌਜੂਦ ਨੇ, ਇਹਨਾਂ ਕੋਲੋਂ ਰਹਿਨੁਮਾਈ ਲੈ ਕੇ ਤੇ ਨਾਲ ਚੱਲੋ ਤੇ ਆਪਣੀ ਬਹੁਤੀ ਫਸਲ ਲਵੋ। ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ। ਇਜਾਜ਼ਤ ਦਿਓ। ਅੱਲਾ ਬੇ।